ਸੁਪਰੀਮ ਕੋਰਟ। ਸੁਪਰੀਮ ਕੋਰਟ ਸਰਵਉੱਚ ਅਦਾਲਤ। ਇਸ ਦਾ ਜੋ ਵਰਣਨ ਹੈ ਸਾਡੇ ਭਾਰਤ ਦੇ ਸੰਵਿਧਾਨ ਦੇ ਵਿੱਚ ਪਾਰਟ 5 ਦੇ ਵਿੱਚ ਆਰਟੀਕਲ 124 ਤੋਂ 147 ਤੱਕ ਹੈ। ਆਰਟੀਕਲ 124 ਦੇ ਵਿੱਚ ਸੁਪਰੀਮ ਕੋਰਟ ਦੇ ਐਸਟੈਬਲਿਸ਼ਮੈਂਟ ਅਤੇ ਕਨਸਟੀਟਿਊਸ਼ਨ ਦੀ ਗੱਲ ਕੀਤੀ ਗਈ ਹੈ। ਇਸ ਦੀ ਸਥਾਪਨਾ 28 ਜਨਵਰੀ 1950 ਨੂੰ ਹੋਈ ਸੀ। ਇਹ ਸੰਵਿਧਾਨ ਅਤੇ ਕਾਨੂੰਨਾਂ ਦੀ ਅੰਤਿਮ ਵਿਆਖਿਆਕਾਰ ਹੈ। ਜੁਡੀਸ਼ੀਅਲ ਸਿਸਟਮ ਦੀ ਸਿਖਰਲੀ ਸੰਸਥਾ ਹੈ। ਮੌਜੂਦਾ ਸਮੇਂ ਟੋਟਲ 34 ਜੱਜ ਹਨ ਸੁਪਰੀਮ ਕੋਰਟ ਦੇ, ਜਿਨ੍ਹਾਂ ਵਿੱਚੋਂ ਇੱਕ ਚੀਫ ਜਸਟਿਸ ਹਨ ਤੇ 33 ਅਦਰ ਜੱਜਿਸ ਹਨ। CGI ਚੀਫ ਜਸਟਿਸ ਆਫ ਇੰਡੀਆ ਦੀ ਨਿਯੁਕਤੀ ਰਾਸ਼ਟਰਪਤੀ ਕਰਦੇ ਹਨ ਤੇ ਬਾਕੀ ਜੱਜਾਂ ਦੀ ਨਿਯੁਕਤੀ ਵੀ ਰਾਸ਼ਟਰਪਤੀ ਹੀ ਕਰਦੇ ਹਨ, ਪਰ CGI ਦੀ ਸਲਾਹ ਨਾਲ। ਆਰਟੀਕਲ 126 ਦੇ ਵਿੱਚ ਰਾਸ਼ਟਰਪਤੀ ਐਕਟਿੰਗ ਚੀਫ ਜਸਟਿਸ ਆਫ ਇੰਡੀਆ ਨੂੰ ਅਪਾਇੰਟ ਕਰ ਸਕਦਾ ਹੈ ਜਦੋਂ ਚੀਫ ਜਸਟਿਸ ਆਫ ਇੰਡੀਆ ਦੀ ਜੋ ਪਦਵੀ ਹੈ ਕਿਸੇ ਕਾਰਨ ਖਾਲੀ ਹੋਵੇ। ਆਰਟੀਕਲ 124(3) ਦੇ ਵਿੱਚ ਸੁਪਰੀਮ ਕੋਰਟ ਦਾ ਜੱਜ ਬਣਨ ਦੀਆਂ ਯੋਗਤਾਵਾਂ ਦਾ ਵਰਣਨ ਹੈ। ਇਹ ਯੋਗਤਾਵਾਂ ਹਨ: ਉਹ ਭਾਰਤੀ ਨਾਗਰਿਕ ਹੋਵੇ, ਰਾਸ਼ਟਰਪਤੀ ਦੀ ਨਜ਼ਰ ਵਿੱਚ ਉੱਘਾ ਕਾਨੂੰਨਦਾਨ ਹੋਵੇ, 5 ਸਾਲ ਹਾਈ ਕੋਰਟ ਦੇ ਵਿੱਚ ਜੱਜ ਰਿਹਾ ਹੋਵੇ ਤੇ ਜਾਂ ਫਿਰ 10 ਸਾਲ ਹਾਈ ਕੋਰਟ ਦੇ ਵਿੱਚ ਉਸਨੇ ਵਕਾਲਤ ਕੀਤੀ ਹੋਵੇ। ਸੁਪਰੀਮ ਕੋਰਟ ਦੇ ਜੱਜ ਨੂੰ ਸਹੁੰ ਰਾਸ਼ਟਰਪਤੀ ਚੁਕਾਉਂਦਾ ਹੈ। ਕਾਰਜਕਾਲ ਇਸ ਦਾ 65 ਸਾਲ ਦੀ ਉਮਰ ਤੱਕ ਹੁੰਦਾ ਹੈ। ਅਸਤੀਫਾ ਵੀ ਇਹ ਰਾਸ਼ਟਰਪਤੀ ਨੂੰ ਹੀ ਦਿੰਦੇ ਹਨ। ਰਿਮੂਵ ਇਹਨਾਂ ਨੂੰ ਰਾਸ਼ਟਰਪਤੀ ਦੁਆਰਾ ਕੀਤਾ ਜਾਂਦਾ ਹੈ, ਪਰੰਤੂ ਸੰਸਦ ਦੀ ਸਿਫਾਰਿਸ਼ ਤੇ, ਇਨਕੈਪੈਸਿਟੀ ਤੇ ਮਿਸਬਿਹੇਵੀਅਰ ਦੇ ਬੇਸ ਤੇ। ਜੱਜਿਸ ਇਨਕੁਆਇਰੀ ਐਕਟ 1968 ਦੇ ਵਿੱਚ ਆਇਆ। ਇਹ ਜੱਜਾਂ ਨੂੰ ਹਟਾਉਣ ਦੀ ਪ੍ਰਕਿਰਿਆ ਨਾਲ ਸੰਬੰਧਿਤ ਸੀ। ਸੁਪਰੀਮ ਕੋਰਟ ਦੇ ਜੱਜਾਂ ਦੀ ਤਨਖਾਹ ਨਿਸ਼ਚਿਤ ਕਰਦੀ ਹੈ ਸੰਸਦ। ਸੁਪਰੀਮ ਕੋਰਟ ਦਾ ਜੋ ਚੀਫ ਜਸਟਿਸ ਹੈ ਉਸ ਦੀ ਤਨਖਾਹ 2,80,000 ਰੁਪਏ ਮਹੀਨਾ ਹੈ ਤੇ ਬਾਕੀ ਜੱਜਾਂ ਦੀ ਤਨਖਾਹ 2.5 ਲੱਖ ਰੁਪਏ ਮਹੀਨਾ ਹੈ। ਇਹਨਾਂ ਦੀ ਤਨਖਾਹ ਤੇ ਭੱਤਿਆਂ ਬਾਰੇ ਆਰਟੀਕਲ 125 ਦੇ ਵਿੱਚ ਵਰਣਨ ਕੀਤਾ ਗਿਆ ਹੈ ਤੇ ਇਹ ਕੰਸੋਲੀਡੇਟਡ ਫੰਡ ਆਫ ਇੰਡੀਆ ਵਿੱਚੋਂ ਚਾਰਜ ਹੁੰਦੇ ਹਨ, ਜਿਸ ਤੇ ਸੰਸਦ ਨੂੰ ਵੋਟ ਕਰਨ ਦਾ ਅਧਿਕਾਰ ਨਹੀਂ ਹੈ। ਆਰਟੀਕਲ 127 ਇਹਦੇ ਵਿੱਚ ਐਡਹੌਕ ਜੱਜਾਂ ਦੀ ਨਿਯੁਕਤੀ ਬਾਰੇ ਦੱਸਿਆ ਗਿਆ ਹੈ। ਜਦੋਂ ਕੋਰਮ ਪੂਰਾ ਨਾ ਹੋਵੇ ਤਾਂ ਜੋ ਚੀਫ ਜਸਟਿਸ ਆਫ ਇੰਡੀਆ ਹਨ ਉਹ ਰਾਸ਼ਟਰਪਤੀ ਦੀ ਸਹਿਮਤੀ ਨਾਲ ਹਾਈ ਕੋਰਟ ਦੇ ਕਿਸੇ ਜੱਜ ਨੂੰ ਨਿਯੁਕਤ ਕਰ ਸਕਦੇ ਹਨ ਐਡਹੌਕ ਜੱਜ ਦੇ ਲਈ। ਉਹ ਜੱਜ ਨਿਯੁਕਤ ਕੀਤਾ ਜਾਊਗਾ ਜਿਹੜਾ ਕਿ ਸੁਪਰੀਮ ਕੋਰਟ ਦਾ ਜੱਜ ਬਣਨ ਦੀ ਯੋਗਤਾ ਰੱਖਦਾ ਹੋਵੇ। ਆਰਟੀਕਲ 128 ਇਹਦੇ ਵਿੱਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਕਿਸੇ ਵੀ ਰਿਟਾਇਰ ਜੱਜ ਨੂੰ ਕੁਝ ਸਮੇਂ ਲਈ ਦੁਬਾਰਾ ਨਿਯੁਕਤ ਕੀਤਾ ਜਾ ਸਕਦਾ ਹੈ। ਇਹ ਵੀ ਚੀਫ ਜਸਟਿਸ ਆਫ ਇੰਡੀਆ ਹੀ ਕਰੇਗਾ, ਪਰ ਰਾਸ਼ਟਰਪਤੀ ਦੀ ਸਹਿਮਤੀ ਦੇ ਨਾਲ। ਰਿਟ ਜਾਰੀ ਕਰਨ ਦੀ ਸ਼ਕਤੀ ਆਰਟੀਕਲ 32 ਦੇ ਵਿੱਚ ਹੈ। ਨਿਆਂਇਕ ਪੁਨਰ ਨਿਰੀਖਣ ਦੀ ਸ਼ਕਤੀ ਆਰਟੀਕਲ 137 ਦੇ ਵਿੱਚ ਹੈ। ਸਲਾਹਕਾਰੀ ਅਧਿਕਾਰ ਖੇਤਰ ਆਰਟੀਕਲ 143। ਸੁਪਰੀਮ ਕੋਰਟ ਦਾ ਪਹਿਲਾ ਮੁੱਖ ਜੱਜ ਹਰੀ ਲਾਲ ਜੇ ਕਾਨੀਆ। ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਫਾਤਿਮਾ ਬੀਬੀ। ਸੁਪਰੀਮ ਕੋਰਟ ਦਾ ਮੌਜੂਦਾ ਮੁੱਖ ਜੱਜ 48ਵੇਂ ਮੁੱਖ ਜੱਜ ਹਨ NV ਰਮਨਾ ਜੀ। ਸੁਪਰੀਮ ਕੋਰਟ ਦਾ ਜੱਜ ਜਿਹੜਾ ਕਿ ਪਹਿਲੀ ਵਾਰ ਐਕਟਿੰਗ ਪ੍ਰੈਜ਼ੀਡੈਂਟ ਬਣਿਆ ਸੀ ਉਹ ਸੀ M ਹਦਾਇਤੁੱਲਾ। ਤੇ ਸੁਪਰੀਮ ਕੋਰਟ ਦਾ ਪਹਿਲਾ ਇਹੋ ਜਿਹਾ ਜੱਜ ਜਿਸ ਤੇ ਮਹਾਦੋਸ਼ ਲਗਾਇਆ ਗਿਆ V ਰਾਮਾ ਸਵਾਮੀ, ਪਰੰਤੂ ਹਜੇ ਤੱਕ ਮਹਾਦੋਸ਼ ਲਗਾਉਣ ਨਾਲ ਅੱਜ ਤੱਕ ਕਿਸੇ ਵੀ ਜੱਜ ਨੂੰ ਅਹੁਦੇ ਤੋਂ ਹਟਾਇਆ ਨਹੀਂ ਗਿਆ। ਆਰਟੀਕਲ 130 ਦੇ ਵਿੱਚ ਸੀਟ ਆਫ ਸੁਪਰੀਮ ਕੋਰਟ ਬਾਰੇ ਦੱਸਿਆ ਗਿਆ ਹੈ ਜੋ ਕਿ ਦਿੱਲੀ ਦੇ ਵਿੱਚ ਹੈ। ਸੁਪਰੀਮ ਕੋਰਟ ਆਫ ਇੰਡੀਆ ਨੇ ਫੈਡਰਲ ਕੋਰਟ ਆਫ ਇੰਡੀਆ ਦੀ ਜਗ੍ਹਾ ਲਈ ਹੈ, ਜਿਸ ਦੀ ਕਿ ਸਥਾਪਨਾ 1937 ਦੇ ਵਿੱਚ ਹੋਈ ਸੀ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਬੇਸ ਤੇ। ਸੁਪਰੀਮ ਕੋਰਟ ਦਾ ਮੌਲਿਕ ਅਧਿਕਾਰ ਖੇਤਰ ਦਾ ਵਰਣਨ ਹੈ ਆਰਟੀਕਲ 131 ਦੇ ਵਿੱਚ। ਅਪੀਲੀ ਅਧਿਕਾਰ ਦਾ ਖੇਤਰ ਆਰਟੀਕਲ 132 ਦੇ ਵਿੱਚ। ਤੇ ਸੁਪਰੀਮ ਕੋਰਟ ਦੇ ਵਿੱਚ ਜੱਜਾਂ ਦੀ ਗਿਣਤੀ ਵਧਾਉਣ ਅਤੇ ਘਟਾਉਣ ਦੀ ਸ਼ਕਤੀ ਜੋ ਹੈ ਉਹ ਸੰਸਦ ਕੋਲ ਹੈ, ਅਤੇ ਜੋ ਹਾਈ ਕੋਰਟ ਦੇ ਵਿੱਚ ਜੱਜਾਂ ਨੂੰ ਵਧਾਉਣ ਘਟਾਉਣ ਦੀ ਸ਼ਕਤੀ ਰਾਸ਼ਟਰਪਤੀ ਕੋਲ ਹੈ। ਆਰਟੀਕਲ 124 ਇਹਦੇ ਵਿੱਚ NJAC ਬਾਰੇ ਗੱਲ ਕੀਤੀ ਗਈ ਹੈ। NJAC ਹੈ ਨੈਸ਼ਨਲ ਜੁਡੀਸ਼ੀਅਲ ਅਪਾਇੰਟਮੈਂਟ ਕਮਿਸ਼ਨ, ਜਿਹੜਾ ਕਿ ਜੱਜਾਂ ਦੀ ਨਿਯੁਕਤੀ ਦੇ ਨਾਲ ਰਿਲੇਟਡ ਹੈ। ਸੁਪਰੀਮ ਕੋਰਟ ਨੂੰ ਕੋਰਟ ਆਫ ਰਿਕਾਰਡ ਦਾ ਦਰਜਾ ਪ੍ਰਾਪਤ ਹੈ ਆਰਟੀਕਲ 129 ਦੇ ਵਿੱਚ। 3 ਜੱਜ ਕੇਸ ਹੋਏ ਹਨ। ਪਹਿਲਾ ਜੱਜ ਕੇਸ 1982 ਦੇ ਵਿੱਚ, ਦੂਜਾ 1993 ਦੇ ਵਿੱਚ, ਤੀਜਾ 1999 ਦੇ ਵਿੱਚ। ਤੇ PIL ਦੀ ਫੁੱਲ ਫਾਰਮ ਹੈ ਪਬਲਿਕ ਇੰਟਰਸਟ ਲਿਟੀਗੇਸ਼ਨ। ਉਹ ਕੇਸ ਜਿਨ੍ਹਾਂ ਵਿੱਚ
ਸੁਪਰੀਮ ਕੋਰਟ ਨੇ ਜੁਡੀਸ਼ੀਅਲ ਰਿਵਿਊ ਦੀ ਵਰਤੋਂ ਕੀਤੀ ਹੈ। ਇਹੋ ਜਿਹੇ 5 ਕੇਸ ਹਨ, ਜਿਨ੍ਹਾਂ ਵਿੱਚੋਂ ਪਹਿਲਾ 1967 ਦੇ ਵਿੱਚ ਗੋਲਖਨਾਥ ਕੇਸ, ਦੂਸਰਾ 1970 ਦੇ ਵਿੱਚ ਬੈਂਕ ਰਾਸ਼ਟਰੀਕਰਨ ਕੇਸ, ਤੀਜਾ 1971 ਦੇ ਵਿੱਚ ਪ੍ਰੀਵੀ ਪਰਸ ਅਬੋਲੀਏਸ਼ਨ ਕੇਸ, ਤੇ ਚੌਥਾ ਹੈ 1973 ਦੇ ਵਿੱਚ ਕੇਸ਼ਵਾਨੰਦਾ ਭਾਰਤੀ ਕੇਸ, 1980 ਦੇ ਵਿੱਚ ਪੰਜਵਾਂ ਹੈ ਮਿਨਰਵਾ ਮਿਲਸ ਕੇਸ।